सतनाम श्री वाहिगुरु साहिब जीओ। जेता समुंद सागर नीर भरिया, तेते औगण हमारे। दया करो किछ मेहर उपावहु, डुबदे पत्थर तारे। बास कियो विख्यान सो बैठ कैसे ही ऐसे सो वैस बतायो। साज कहूँ सुन लियो सवै, जिन प्रेम कियो तिन ही प्रभ पायो। जाओ तो प्रेम खेलन का चाऊ, सिर धर तली गली मेरी आओ। इत मार्ग पैर तरी जै, सिर दीजै कान न कीजै। सिर दीजै कान ना कीजै। जुगो जुग अटल। चवर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बहन दी कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करिए। आप संगत ने जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालु सतगुरु जी निथाने नगर विखे सतगुरु जी तीजी जंग दा जो आरंभ होना कीता है। सतगुरु जी ने तीजी जंग दा विचार कीता होया जंग आरंभ हुई है। ते सतगुरु गुरु हरगोबिंद महाराज जी वल्लों सिखां समेत एक काफी जिहड़ी शाहजहां वल्लों भेजी हुई 35,000 दी फौज है, वो जंग करके काफी ये फौज ना मार दिती गई है। लला वेग ने 35,000 दी फौज लेके आंदी है शाहजहां तो सतगुरु जी वल चढ़ाई करके। कहंदे लला वेग आप मेन मुख बन के फौज दा सूबेदार बन के आया। इहदा भरा नाल आया कंबर वेग ते नाल इहदा एक भाणजा काबल वेग आउणा कीता। दो इहदे पुत्र नाल आउणा कीते सन कासम बेग शम्स बेग। ये दो पुत्र है दे ते हुण कहंदे काफी भारी युद्ध होना कीता। ते कहंदे जिहड़ा इहदा भरा है कंबर वेग वो जंग युद्ध दे विच मारिया गया। उपरंत इहदा भाणजा बचिया। कहंदे इहने सतगुरु गुरु हरगोबिंद महाराज नूं
ਲਲਕਾਰਨਾ ਕੀਤਾ ਕਿ ਸਤਿਗੁਰੂ ਜੀ ਦੇ ਨਾਲ ਮੈਂ ਕੱਲੇ ਦੇ ਨਾਲ ਕੱਲਾ ਜੰਗ ਜੁੱਧ ਲੜਾਂ, ਇਹ ਮੇਰੀ ਮਨ ਦੀ ਖੁਆਇਸ਼ ਹੈ। ਉਸ ਵੇਲੇ ਸਤਿਗੁਰੂ ਜੀ ਤੱਕ ਸੁਨੇਹਾ ਪਹੁੰਚਿਆ ਤੇ ਸਤਿਗੁਰੂ ਜੀ ਦੇ ਕੋਲ ਕਹਿੰਦੇ ਇੱਕ ਹਸਨ ਖਾਂ, ਇਹਨਾਂ ਦਾ ਜਿਹੜਾ ਦੂਤ ਪਹਿਲਾਂ ਫੌਜ ਵਿੱਚ ਭੇਜਿਆ ਗਿਆ ਸੀ ਗੁਰੂ ਜੀ ਵੱਲ, ਸਤਿਗੁਰੂ ਦੇ ਫੌਜ ਦੀ ਸਾਰੀ ਖਬਰਸਾਰ ਲੈਣ ਵਾਸਤੇ। ਤੇ ਕਹਿੰਦੇ ਸਤਿਗੁਰੂ ਜੀ ਦੇ ਵੱਲ ਜਦੋਂ ਇਹ ਗਿਆ ਤੇ ਉੱਥੇ ਸਤਿਗੁਰੂ ਜੀ ਨੂੰ ਹਸਨ ਖਾਂ ਨੇ ਪਕੜ ਲਿਆ ਸੀ, ਸਿੱਖਾਂ ਨੇ। ਉਹਨੇ ਸੱਚ ਦੱਸ ਦਿੱਤਾ ਕਿ ਮੈਂ ਤੁਹਾਡੀ ਖਬਰ ਲੈਣ ਵਾਸਤੇ ਆਇਆ ਜੰਗ ਯੁੱਧ ਦੇ ਵਿੱਚ। ਇਹ ਜਾ ਕੇ ਲਲਾ ਬੇਗ ਨੂੰ ਸਾਰੀ ਮੈਂ ਖਬਰ ਦੱਸ ਦੇਣੀ ਹੈ। ਤੇ ਉਸ ਵੇਲੇ ਸਤਿਗੁਰੂ ਜੀ ਨੇ ਇਹਦੇ ਤੇ ਦਇਆ ਕਰਕੇ ਇਹਨੂੰ ਛੱਡ ਦਿੱਤਾ। ਇਹ ਇੰਨਾ ਕੁ ਸਤਿਗੁਰ ਦੇ ਬਖਸ਼ਿਸ਼ ਰਹਿਮਤ ਦਾ ਮਾਲਕ ਬਣਿਆ। ਗੁਰੂ ਨਾਨਕ ਦੇ ਚਰਨਾਂ ਦੇ ਨਾਲ ਇਹਦੀ ਭਾਵਨਾ ਬਣ ਗਈ। ਜਾ ਕੇ ਲਲਾ ਬੇਗ ਨੂੰ ਦੱਸ ਦਿੱਤਾ ਸੀ ਗੁਰੂ ਸਤਿਗੁਰ ਦੇ ਸੂਰਮੇ ਬਹੁਤ ਯੋਧੇ ਮਹਾਬਲੀ ਸੂਰੇ ਆ, ਉਹਨਾਂ ਦੇ ਨਾਲ ਤੁਹਾਡੀ 35,000 ਦੀ ਫੌਜ ਟਾਕਰਾ ਨਹੀਂ ਕਰ ਸਕਦੀ। ਭਾਵੇਂ ਤੁਹਾਡੀ ਉਹਨਾਂ ਤੋਂ ਵੱਧ ਗਿਣਤੀ ਹੈ, ਪਰ ਫਿਰ ਵੀ ਉਹਨਾਂ ਦੇ ਬਰਾਬਰ ਤੁਹਾਡੀ ਫੌਜ ਹੈ ਨਾ ਜਿਹੜੀ, ਉਹ ਟਾਕਰਾ ਨਹੀਂ ਜੇ ਕਰ ਸਕਦੀ। ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ, ਜਿਨ੍ਹਾਂ ਨੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਨੇ, ਜਿਨ੍ਹਾਂ ਦੇ ਉੱਤੇ ਪੂਰਨ ਬਖਸ਼ਿਸ਼ ਰਹਿਮਤ ਹੈ, ਉੱਚੇ ਲੰਮੇ ਸਰੀਰ ਦੇ ਨੇ, ਸਡੋਲ ਸਰੀਰ ਸਤਿਗੁਰੂ ਜੀ ਦਾ। ਗੁਰੂ ਸਤਿਗੁਰੂ ਜੀ ਬੜੀ ਬਖਸ਼ਿਸ਼ ਰਹਿਮਤ ਦੇ ਮਾਲਕ ਨੇ। ਉਹਨਾਂ ਦੇ ਸਿੱਖ ਵੀ ਉਹਨਾਂ ਦੀ ਤਰ੍ਹਾਂ ਹੀ ਹੈ। ਉਹ ਕਿਸੇ ਪ੍ਰਕਾਰ ਵੀ ਤੁਹਾਨੂੰ ਜਿੱਤਣ ਨਹੀਂ ਦੇਣਗੇ। ਤੇ ਜਦੋਂ ਲਲਾ ਬੇਗ ਨੇ ਗੱਲ ਸੁਣੀ ਨਾ ਹਸਨ ਖਾਂ ਤੋਂ, ਤੇ ਹਸਨ ਖਾਂ ਨੇ ਫੌਜ ਨੂੰ ਕਹਿ ਕੇ ਇਹਨੂੰ ਬਹੁਤ ਕੁੱਟਿਆ ਮਾਰਿਆ ਤੇ ਭਜਾ ਦਿੱਤਾ। ਇਹ ਕਹਿ ਦਿੱਤਾ ਕਿ ਤੂੰ ਸਤਿਗੁਰੂ ਜੀ ਤੋਂ ਰਿਸ਼ਵਤ ਲੈ ਕੇ ਆਇਆ ਤਾਂ ਗੁਰੂ ਸਤਿਗੁਰੂ ਜੀ ਦੇ ਵੱਲ ਦੀ ਗੱਲ ਕਰਨਾ ਏ, ਤੈਨੂੰ ਅਸੀਂ ਆਪਣੇ ਕੋਲੇ ਨਹੀਂ ਰੱਖਣਾ, ਜਾ ਜਿੱਧਰੋਂ ਆਇਆ ਉਧਰ ਹੀ ਚਲਾ ਜਾ। ਤੇ ਹਸਨ ਖਾਂ ਨੇ ਜਦੋਂ ਵਿਚਾਰ ਕੀਤੀ ਹੁਣ ਮੇਰਾ ਕੋਈ ਨਹੀਂ ਹੈ, ਉਹ ਸਤਿਗੁਰੂ ਜੀ ਵੱਲ ਹੀ ਆ ਗਿਆ ਸੀ ਬਾਅਦ ਵਿੱਚ। ਫਿਰ ਸਤਿਗੁਰੂ ਜੀ ਨੇ ਦਇਆ ਕਰਕੇ ਰੱਖ ਲਿਆ ਸੀ ਇਹਨੂੰ। ਹੁਣ ਉਹ ਕਹਿੰਦੇ ਹਸਨ ਖਾਂ ਉੱਥੇ ਸਤਿਗੁਰੂ ਜੀ ਦੇ ਕੋਲ ਵਿਰਾਜਮਾਨ ਹੈ। ਤੇ ਹੁਣ ਸਤਿਗੁਰੂ ਜੀ ਹਸਨ ਖਾਂ ਤੋਂ ਇਹਨਾਂ ਦਾ ਸਾਰਾ ਭੇਦ ਲੈ ਰਿਹਾ ਕਿ ਕਿਹੜਾ ਕਿੱਡੇ ਪਾਣੀ ਵਿੱਚ ਹੈ, ਕਿਹੜਾ ਕਿੱਡਾ ਕੁ ਯੋਧਾ ਹੈ। ਇਹਨੇ ਸਾਰੀ ਵਾਰਤਾ ਦੱਸ ਦਿੱਤੀ। ਹੁਣ ਕਹਿੰਦੇ ਕੰਬਰ ਵੇਗ ਮਾਰਿਆ ਗਿਆ, ਲਲਾ ਬੇਗ ਦਾ ਭਰਾ। ਜੰਗ ਯੁੱਧ ਵਿੱਚ ਇਹਨਾਂ ਦੀ ਕਾਫੀ ਫੌਜ ਮਾਰ ਦਿੱਤੀ ਗਈ। ਬਾਅਦ ਵਿੱਚ ਕਾਬਲ ਵੇਗ ਦਾ ਭਾਣਜਾ, ਉਹ ਜਦੋਂ ਜੰਗ ਵਿੱਚ ਆਉਣ ਲੱਗਿਆ, ਸਤਿਗੁਰੂ ਜੀ ਨੇ ਪੁੱਛਿਆ ਇਹ ਕੌਣ ਹੈ। ਹਸਨ ਖਾਂ ਸਾਰੀ ਵਾਰਤਾ ਦੱਸ ਰਿਹਾ, ਇਹ ਸਾਰਾ ਭੇਦ ਦੱਸ ਰਿਹਾ ਗੁਰੂ ਸਤਿਗੁਰੂ ਜੀ ਨੂੰ। ਜਿਵੇਂ ਕਹਿੰਦੇ ਰਾਮ ਚੰਦਰ ਦੇ ਸਨਮੁਖ ਭੀਖਣ ਭੇਖ ਦੱਸ ਦਿੱਤਾ ਸੀ ਨਾ ਉਹਨੇ ਸਾਰੀ ਲੰਕਾ ਦਾ, ਇਸੇ ਤਰ੍ਹਾਂ ਇਹ ਲਲਾ ਬੇਗ ਦੀ ਸਾਰੀ ਜਿਹੜੀ ਵਿਚਾਰ ਹੈ ਉਹ ਫੌਜ ਦੀ ਦੱਸ ਦਿੱਤੀ ਗੁਰੂ ਸਤਿਗੁਰੂ ਜੀ ਨੂੰ ਹਸਨ ਖਾਂ ਨੇ। ਤੇ ਗੁਰੂ ਸਤਿਗੁਰੂ ਜੀ ਨੇ ਭਰੋਸਾ ਦਿਵਾਇਆ, ਯਕੀਨ ਦਿਵਾਇਆ ਹਸਨ ਖਾਂ ਨੂੰ ਕਿ ਤੂੰ ਗੁਰੂ ਨਾਨਕ ਦੇ ਦਰਕਰ ਦੇ ਨਾਲ ਜੁੜਿਆ ਰਹਿ, ਸਮਾਂ ਪੈ ਕੇ ਤੇਰੇ ਤੇ ਬਖਸ਼ਿਸ਼ ਰਹਿਮਤ ਵਰਤੇਗੀ, ਤੂੰ ਬਹੁਤ ਵੱਡੀ ਪਦਵੀ ਨੂੰ ਪ੍ਰਾਪਤ ਹੋਵੇਂਗਾ, ਸਤਿਗੁਰੂ ਜੀ ਤੇਰੇ ਤੇ ਕਿਰਪਾ ਵਰਤਾਉਣਗੇ। ਅਸੀਂ ਕਾਬਲ ਦਾ ਸੂਬੇਦਾਰ ਤੈਨੂੰ ਥਾਪਣਾ ਚਾਹੁੰਦੇ ਹਾਂ। ਸਤਿਗੁਰੂ ਜੀ ਨੇ ਯਕੀਨ ਭਰੋਸਾ ਦਿਵਾਇਆ। ਉਸ ਵੇਲੇ ਸਾਰੀ ਜਿਹੜੀ ਵਿਚਾਰ ਹੈ ਹਸਨ ਖਾਂ ਸਤਿਗੁਰੂ ਜੀ ਨੂੰ ਦੱਸ ਰਿਹਾ। ਜਿਸ ਵੇਲੇ ਕਾਬਲ ਬੇਗ ਨੇ ਸਤਿਗੁਰੂ ਜੀ ਨੂੰ ਬੰਗਾਰਿਆ ਤੇ ਸਤਿਗੁਰੂ ਜੀ ਵੀ ਇਧਰੋਂ ਤਿਆਰ ਹੋਏ ਨੇ ਕਿ ਲੈ ਭਾਈ ਕਾਬਲ ਬੇਗ, ਤੇਰੇ ਮਨ ਦੀ ਮਨ ਵਿੱਚ ਹੀ ਨਾ ਰਹਿ ਜੇ, ਤੂੰ ਇਹ ਨਾ ਸਮਝੀ ਕਿ ਸਤਿਗੁਰੂ ਜੀ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ। ਲੈ ਚੜ੍ਹਾਈ ਕਰਕੇ ਆ। ਕਹਿੰਦੇ ਕਾਫੀ ਫੌਜ ਲੈ ਕੇ ਆਇਆ ਕਾਬਲ ਬੇਗ। ਉਹਨੇ ਸਤਿਗੁਰੂ ਜੀ ਦੇ ਨਾਲ ਕੱਲੇ ਦੇ ਨਾਲ ਕੱਲੇ ਨੇ ਯੁੱਧ ਕਰਨ ਦੀ ਵਿਚਾਰ ਬਣਾਈ। ਆਖਰਕਾਰ ਉਹ ਵੀ ਬਹੁਤ ਵੱਡਾ ਯੋਧਾ ਸੀ। ਇਧਰੋਂ ਸਤਿਗੁਰੂ ਜੀ ਵੀ ਮਹਾਬਲੀ ਯੋਧੇ ਸੂਰਮੇ ਸਨ।
ਕਾਫੀ ਭਿਆਨਕ ਯੁੱਧ ਮਚਣਾ ਕੀਤਾ। ਤੇ ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਨੇ। ਇਧਰੋਂ ਕਾਬਲ ਵੇਗ ਥੱਲੇ ਉਤਰਿਆ, ਆਪਸ ਵਿੱਚ ਹੱਥੋਂ ਹੱਥੀ ਹੋਏ ਨੇ। ਯੁੱਧ ਚੱਲਦਾ ਗਿਆ, ਕਾਫੀ ਲੰਮਾ ਸਮਾਂ ਬਤੀਤ ਹੋਇਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕਾਬਲ ਵੇਗ ਨੇ ਇੱਕ ਕਿਰਪਾਨ ਦਾ ਵਾਰ ਕਰ ਦਿੱਤਾ, ਜ਼ਖਮੀ ਕਰ ਦਿੱਤਾ ਗੁਰੂ ਸਾਹਿਬ ਜੀ ਨੂੰ। ਤੇ ਗੁਰੂ ਸਤਿਗੁਰੂ ਜੀ ਦਾ ਚੋਲਾ ਜਿਹੜਾ ਸੀ ਖੂਨ ਦੇ ਨਾਲ ਲਿਬੜ ਗਿਆ, ਲੱਥਪੱਥ ਹੋ ਗਿਆ। ਤੇ ਸਤਿਗੁਰੂ ਜੀ ਵੀ ਫਿਰ ਵੀਰ ਰਸ ਵਿੱਚ ਆਏ। ਉਹਨਾਂ ਨੇ ਯਕਦਮ ਕਿਰਪਾਨ ਦਾ ਵਾਰ ਕੀਤਾ, ਸ਼ੂਕਦੀ ਹੋਈ ਕਿਰਪਾਨ ਹਸਨ ਖਾਂ ਦੇ ਇਉਂ ਆ ਕੇ ਵੱਜੀ। ਇੱਕੋ ਵਾਰ ਦੇ ਵਿੱਚ ਕਹਿੰਦੇ ਸੀਸ ਹਸਨ ਖਾਂ ਦਾ ਲੱਥ ਕੇ ਧੜ ਦੇ ਨਾਲੋਂ ਆਓ ਜਾ ਕੇ ਗਿਰ ਗਿਆ, ਜਿਵੇਂ ਬੱਚੇ, ਛੋਟੇ ਬੱਚੇ ਫੁੱਟਬਾਲ ਦੇ ਨਾਲ ਖੇਡਦੇ ਹੋਣ, ਰੋੜਦੇ ਹੋਣ ਫੁੱਟਬਾਲ ਨੂੰ, ਇਦਾਂ ਰੁੜਦਾ ਉਹਦਾ ਸੀਸ ਚਲਾ ਗਿਆ। ਤੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਦੀ, ਕਾਬਲ ਵੇਗ ਮਰ ਗਿਆ, ਵੱਡਾ ਯੋਧਾ ਮਹਾਬਲੀ ਸੂਰਾ ਮਾਰਿਆ ਗਿਆ। ਉਹ ਜੰਗ ਵਿੱਚ ਝਟਕਾ ਦਿੱਤਾ ਗਿਆ, ਪਾਪੀ ਨਰਕਾਂ ਨੂੰ ਪਹੁੰਚ ਗਿਆ। ਹੁਣ ਜਦੋਂ ਕਾਬਲ ਵੇਗ ਨੂੰ ਮਾਰਿਆ, ਸਮਝਿਆ ਉਹਨੇ ਆਪਦਾ ਭਰਾ ਵੀ ਮਰਿਆ ਸਮਝ ਲਿਆ। ਲਲਾ ਬੇਗ ਬੜਾ ਘਬਰਾਇਆ, ਉਹ ਆਪਣੇ ਸਿਰ ਨੂੰ ਹੱਥ ਮਾਰ ਲੱਗਿਆ। ਤੇ ਇਹਦੇ ਪੁੱਤਰ ਕਾਸਮ ਬੇਗ ਔਰ ਸ਼ਮਸ ਬੇਗ, ਇਹਨਾਂ ਨੇ ਆਪਣੇ ਪਿਤਾ ਨੂੰ ਦਿਲਾਸਾ ਦਿੱਤਾ। ਕਹਿਣ ਲੱਗੇ, ਪਿਤਾ ਜੀ ਹੁਣ ਕਦਾਚਿਤ ਵੀ ਪਿੱਛੇ ਮੁੜਿਆ ਨਹੀਂ ਜਾਣਾ। ਇਹ ਨਾਰਾਜ਼ ਹੋ ਕੇ ਬਹਿਣ ਦੀ, ਨਿਰਾਸ਼ ਹੋ ਕੇ ਬਹਿਣ ਦੀ ਵਿਚਾਰ ਨਹੀਂ, ਹੁਣ ਤੇ ਆਮੋ ਸਾਹਮਣਾ ਟੱਕਰਾ ਕਰਨਾ ਪੈਣਾ। ਉਸ ਵੇਲੇ ਲਲਾ ਬੇਗ ਨੇ ਵਿਚਾਰ ਕੀਤੀ, ਕਹਿੰਦੇ ਹੁਣ ਕੀਤਾ ਕੀ ਜਾਵੇ। ਬਾਅਦ ਵਿੱਚ ਜਿਹੜੀ ਵਿਚਾਰ ਸੀ, ਕਹਿੰਦੇ ਲਲਾ ਬੇਗ ਨੇ ਪੁੱਛਿਆ ਹੁਣ ਕੀਤਾ ਕੀ ਜਾਵੇ। ਕਾਸਮ ਬੇਗ ਤੇ ਸ਼ਮਸ ਬੇਗ ਨੇ ਕਿਹਾ, ਕਹਿੰਦੇ ਜੀ ਤੁਸੀਂ ਆਉਂ ਕਰੋ, ਸਾਨੂੰ ਜੰਗ ਯੁੱਧ ਦੇ ਵਿੱਚ, ਮੈਦਾਨੇ ਜੰਗ ਵਿੱਚ ਜਾਣ ਦਾ ਹੁਕਮ ਦਿਓ, ਅਸੀਂ ਜਾਂਦੇ ਹਾਂ। ਉਸ ਵੇਲੇ ਲਲਾ ਬੇਗ ਨੇ ਆਪਣੇ ਸ਼ਮਸ ਬੇਗ, ਕਸਮ ਬੇਗ ਦੋਨਾਂ ਪੁੱਤਰਾਂ ਨੂੰ ਜੰਗੇ ਮੈਦਾਨ ਵਿੱਚ ਜਾਣ ਦਾ ਹੁਕਮ ਦਿੱਤਾ। ਉਹ ਜੰਗ ਮੈਦਾਨ ਵਿੱਚ ਗਏ, ਕਾਫੀ ਵੱਡੀ ਪੱਧਰ ਤੇ ਫੌਜ ਲੈ ਕੇ ਗਏ ਨੇ। ਤੇ ਜਾ ਕੇ ਉਹਨਾਂ ਨੇ ਜੰਗ ਮੈਦਾਨ ਵਿੱਚ ਬਹੁਤ ਵੱਡਾ ਭਿਆਨਕ ਰੂਪ ਧਾਰਨ ਕਰਕੇ, ਹੱਲਾ ਬੋਲ ਕੇ, ਰੌਲਾ ਪਾ ਕੇ, ਬੰਦੂਕਾਂ ਦੇ ਨਾਲ ਗੋਲੀਆਂ ਚਲਾ ਕੇ, ਤੀਰ ਚਲਾ ਕੇ, ਕਿਰਪਾਨਾਂ ਖੜਕਾਉਣਾ ਕੀਤੀਆਂ, ਵੱਡਾ ਹੱਲਾ ਮਚਾਇਆ, ਵੱਡਾ ਰੌਲਾ ਮਚਾਇਆ। ਤੇ ਹੁਣ ਉਸ ਵੇਲੇ ਉਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ 6ਵੇਂ ਪਾਤਸ਼ਾਹ ਜੀ ਨੇ ਭਾਈ ਵਿਧੀ ਚੰਦ ਬ੍ਰਾਹਮਣ ਜਾਤੀ ਮਲਕ ਨੂੰ ਭੇਜਿਆ, ਵਿਧੀ ਚੰਦ ਜੀ ਨੂੰ ਭੇਜਿਆ। ਤੇ ਉਸ ਤੋਂ ਉਪਰੰਤ ਨਾਲ ਕਹਿੰਦੇ ਭਾਈ ਜੋਧ ਰਾਏ ਅਤੇ ਇਹਨਾਂ ਦਾ ਭਰਾ ਸਲੇਮ ਸ਼ਾਹ, ਉਹਨੂੰ ਭੇਜਿਆ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ, ਕਹਿੰਦੇ ਇਹ ਜਦੋਂ ਜੰਗ ਮੈਦਾਨ ਵਿੱਚ ਪਹੁੰਚੇ ਨੇ, ਪਹੁੰਚਣ ਸਾਰੀ ਤੜਥਲ ਮਚਾ ਦਿੱਤੀ ਇਹਨਾਂ ਨੇ ਵੀ। ਉਹਨਾਂ ਦੇ ਕਾਫੀ ਫੌਜ ਲਲਾ ਬੇਗ ਦੀ ਮਾਰ ਦਿੱਤੀ, ਜਿਹਦੇ ਵਿੱਚ ਬ੍ਰਾਹਮਣ ਜਾਤੀ ਮਲਕ ਨੇ ਕਹਿੰਦੇ ਉਸ ਵੇਲੇ ਬੜਾ ਭਾਰੀ ਯੁੱਧ ਕੀਤਾ। ਇਹਦੇ ਵਿੱਚ ਕਹਿੰਦੇ ਭਾਈ ਜੋਧ ਰਾਏ, ਇਹਦਾ ਭਰਾ ਸਲੇਮ ਸ਼ਾਹ, ਉਹਨੇ ਕਹਿੰਦੇ ਕਾਸਮ ਬੇਗ ਨੂੰ ਮਾਰ ਦਿੱਤਾ, ਉਹਦੀ ਫੌਜ ਕਾਫੀ ਖਤਮ ਕਰ ਦਿੱਤੀ। ਬਾਅਦ ਵਿੱਚ ਜੰਗ ਯੁੱਧ ਹੁੰਦਾ ਰਿਹਾ। ਤੇ ਉਸ ਵੇਲੇ ਕਹਿੰਦੇ ਭਾਈ ਜੇਠਾ ਜੀ ਵੀ ਜੰਗ ਮੈਦਾਨ ਵਿੱਚ ਨਿਤਰੇ ਨੇ, ਘੋੜੇ ਤੋਂ ਲੈ ਕੇ। ਜਦੋਂ ਜੰਗ ਮੈਦਾਨ ਵਿੱਚ ਪਹੁੰਚੇ ਨੇ ਭਾਈ ਜੇਠਾ ਜੀ, ਤੇ ਗੁਰੂ ਪਿਆਰਿਓ ਬੜੇ ਜੋਸ਼ ਵਿੱਚ ਨੇ। ਆ ਕੇ ਜੰਗ ਮੈਦਾਨ ਵਿੱਚ ਉਹਨਾਂ ਨੇ ਵੀ ਤੜਥਲ ਮਚਾਈ ਹੈ, ਬਹੁਤ ਵੈਰੀਆਂ ਨੂੰ ਮੌਤ ਦੇ ਘਾਟ ਉਤਾਰਨਾ ਕੀਤਾ। ਇੰਨਾ ਭਿਆਨਕ ਦ੍ਰਿਸ਼ ਉਸ ਵੇਲੇ ਦੇਖਣ ਨੂੰ ਪ੍ਰਾਪਤ ਹੋਇਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਕਿੱਥੋਂ ਤੱਕ ਵਰਣਨ ਕਰੀਏ, ਕਿਵੇਂ ਵਿਚਾਰ ਕਰੀਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਲਾਸ਼ਾਂ ਦੇ ਉੱਤੇ ਲਾਸ਼ਾਂ ਗਿਰੀਆਂ ਪਈਆਂ ਨੇ, ਕਿਸੇ ਸਰੀਰ
ਨੂੰ ਤੜਫਦਾ ਵੇਖਿਆ ਜਾ ਰਿਹਾ ਹੈ। ਕਿਸੇ ਸਰੀਰ ਦੇ ਅੰਗ ਕੱਟੇ ਪਏ ਨੇ, ਕੋਈ ਬਾਂਹ ਕੱਟੀ ਪਈ, ਕੋਈ ਲੱਤ ਕੱਟੀ ਪਈ, ਕਿਸੇ ਦਾ ਸਿਰ ਧੜ ਦੇ ਨਾਲੋਂ ਵੱਖਰਾ ਕੀਤਾ ਪਿਆ, ਕੋਈ ਕਿਵੇਂ ਪਿਆ, ਕੋਈ ਕਿਵੇਂ ਪਿਆ। ਇਉਂ ਪ੍ਰਤੀਤ ਹੁੰਦਾ ਜਿਵੇਂ ਕਹਿੰਦੇ ਬਹੁਤੇ ਕੋਈ ਮਜ਼ਦੂਰੀ ਕਰਕੇ ਥੱਕ ਹਾਰ ਕੇ ਸ਼ਾਮ ਨੂੰ ਸੁੱਤਾ ਪਿਆ ਹੋਵੇ ਨਾ, ਇਦਾਂ ਪ੍ਰਤੀਤ ਹੁੰਦਾ, ਬੇਸੁਰਤ ਹੋ ਕੇ ਸੁੱਤਾ ਪਿਆ ਹੋਵੇ ਥੱਕ ਕੇ, ਇਦਾਂ ਪ੍ਰਤੀਤ ਹੁੰਦਾ ਪਿਆ। ਜਿੰਨੀਆਂ ਵੀ ਲਾਸ਼ਾਂ, ਜਿੰਨੇ ਵੀ ਮ੍ਰਿਤਕ ਸਰੀਰ ਪਏ ਨੇ ਯੋਧਿਆਂ ਦੇ, ਫੌਜ ਦੇ ਵਿੱਚ, ਜੰਗ ਮੈਦਾਨ ਵਿੱਚ, ਇਦਾਂ ਪ੍ਰਤੀਤ ਹੁੰਦੇ ਨੇ ਪਏ, ਮਰੇ ਹੋਏ, ਸ਼ਹੀਦ ਹੋਏ, ਇਦਾਂ ਪਏ ਪ੍ਰਤੀਤ ਹੋ ਰਹੇ ਨੇ। ਉਸ ਵੇਲੇ ਇਦਾਂ ਦਾ ਦੇਖਣ ਨੂੰ ਦ੍ਰਿਸ਼ ਪ੍ਰਾਪਤ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਘੋੜੇ ਬਿਨਾਂ ਅਸਵਾਰਾਂ ਤੋਂ ਦੌੜੇ ਫਿਰਦੇ ਨੇ, ਕਿਸੇ ਦੀ ਕਿਰਪਾਨ ਹੱਥ ਵਿੱਚ ਹੀ ਫੜੀ ਫੜਾਈ ਰਹਿ ਗਈ, ਉਹ ਮਰ ਗਿਆ, ਕਿਸੇ ਦੀ ਕਿਰਪਾਨ ਹੱਥ ਵਿੱਚੋਂ ਛੁੱਟ ਗਈ ਹੈ, ਮਰ ਗਿਆ, ਕੋਈ ਕਿਵੇਂ ਪਿਆ, ਕੋਈ ਕਿਵੇਂ ਪਿਆ, ਇਦਾਂ ਪ੍ਰਤੀਤ ਹੋ ਰਿਹਾ। ਸਤਿਗੁਰੂ ਜੀ ਕਹਿੰਦੇ ਆਖਰਕਾਰ ਉਸ ਵੇਲੇ ਕਹਿੰਦੇ ਕਾਸਮ ਬੇਗ, ਭਾਈ ਜੋਧ ਰਾਏ ਤੇ ਸਲੇਮ ਸ਼ਾਹ, ਉਹਨਾਂ ਦੇ ਹੱਥੋਂ ਮਾਰਿਆ ਗਿਆ। ਇਧਰੋਂ ਭਾਈ ਜੇਠਾ ਜੀ ਵੀ ਜਦੋਂ ਭਿਆਨਕ ਯੁੱਧ ਜੰਗ ਦੇ ਵਿੱਚ ਪਹੁੰਚੇ ਨੇ, ਤੇ ਕਹਿੰਦੇ ਬੜੇ ਭਿਆਨਕ ਯੁੱਧ ਦੇ ਅੰਦਰ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ ਨੇ, ਉਹਨਾਂ ਦਾ ਘੋੜਾ ਵੀ ਸ਼ਹੀਦ ਹੋ ਗਿਆ, ਮਿਰਤੂ ਹੋ ਗਿਆ। ਤੇ ਸਮਾਂ ਪਾ ਕੇ ਕਹਿੰਦੇ ਇਦਾਂ ਭਾਈ ਜੇਠਾ ਜੀ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ ਹੈ। ਹੁਣ ਭਾਈ ਵਿਧੀ ਚੰਦ ਤੇ ਬ੍ਰਾਹਮਣ ਜਾਤੀ ਮਲਕ, ਉਹਨਾਂ ਨੇ ਕਾਫੀ ਹੱਦ ਤੱਕ ਉਹਨਾਂ ਦੀ ਫੌਜ ਮਾਰ ਦਿੱਤੀ। ਤੇ ਆਖਰਕਾਰ ਕਹਿੰਦੇ ਸ਼ਮਸ਼ ਬੇਗ, ਜਿਹੜਾ ਲਲਾ ਬੇਗ ਦਾ ਪੁੱਤਰ ਹੈ, ਉਹਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਮਾਰ ਦਿੱਤਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਰਪਾ ਕੀਤੀ, ਨਾ ਪਾਪੀਆਂ ਨੂੰ ਨਰਕ ਦੇ ਵਿੱਚ ਪਹੁੰਚਾ ਦਿੱਤਾ। ਜਦੋਂ ਸ਼ਮਸ਼ ਬੇਗ ਮਰਿਆ ਤੇ ਕਹਿੰਦਾ ਇਹਦੇ ਸਰੀਰ ਦੇ ਨਾਲੋਂ, ਧੜ ਦੇ ਨਾਲੋਂ ਇਹਦੀ ਧੌਣ ਵੱਖ ਕਰ ਦਿੱਤੀ, ਵੱਢ ਦਿੱਤਾ, ਮਾਰ ਦਿੱਤਾ। ਤੇ ਘੋੜੇ ਤੇ ਸਵਾਰ ਸੀ ਸ਼ਮਸ਼ ਬੇਗ। ਉਦੋਂ ਜਦੋਂ ਹੱਲਾ ਕੀਤਾ, ਵਾਰ ਕੀਤਾ, ਧੌਣ ਵੱਖ ਹੋ ਗਈ ਧੜ ਦੇ ਨਾਲੋਂ। ਤੇ ਕਹਿੰਦੇ ਸ਼ਮਸ਼ ਬੇਗ ਘੋੜੇ ਦੇ ਉੱਤੇ ਸਵਾਰ ਸੀ, ਉਹਦਾ ਘੋੜੇ ਦੇ ਰਕਾਬ ਦੇ ਵਿੱਚ ਪੈਰ ਫਸਿਆ ਰਹਿ ਗਿਆ। ਉਹਦੀ ਜਿਹੜੀ ਲਾਸ਼ ਸੀ, ਮ੍ਰਿਤਕ ਸਰੀਰ ਸੀ, ਘੋੜੇ ਦੀ ਰਕਾਬ ਦੇ ਵਿੱਚ ਪੈਰ ਫਸਣ ਦੇ ਨਾਲ ਪਿੱਛੇ ਘੜੀਸਿਆ ਜਾ ਰਿਹਾ ਸੀ। ਘੋੜਾ ਵੀ ਡਰਦਾ ਮਾਰਾ ਭੱਜਿਆ ਜਾ ਰਿਹਾ, ਭੱਜਦਾ ਭੱਜਦਾ ਜੰਗ ਮੈਦਾਨ ਵਿੱਚ ਘੁੰਮਦਾ ਘੁਮਾਉਂਦਾ ਲਲਾ ਬੇਗ ਦੇ ਕੋਲ ਪਹੁੰਚ ਗਿਆ। ਲਲਾ ਬੇਗ ਨੇ ਵਿਚਾਰ ਕੀਤੀ, ਕੌਣ ਹੈ ਜਿਹਦਾ ਸਰੀਰ ਕੱਲਾ ਹੈ ਤੇ ਉੱਪਰ ਇਹਦੇ ਸਰੀਰ ਦੇ ਸਿਰ ਨਹੀਂ ਹੈ, ਧੌਣ ਨਹੀਂ ਹੈ, ਇਹ ਕੌਣ ਹੋ ਸਕਦਾ? ਉਹਨੇ ਹੌਲੀ ਹੌਲੀ ਪਛਾਣ ਕੀਤੀ ਲਲਾ ਬੇਗ ਨੇ, ਪਤਾ ਲੱਗਿਆ ਤੇ ਘੋੜਾ ਮੇਰੇ ਪੁੱਤਰ ਸ਼ਮਸ਼ ਬੇਗ ਦਾ, ਤੇ ਆ ਕੱਪੜੇ ਵੀ ਮੇਰੇ ਪੁੱਤਰ ਸ਼ਮਸ਼ ਬੇਗ ਦੇ ਨੇ। ਕੋਈ ਪਤਾ ਨਹੀਂ ਕੀ ਗੱਲਬਾਤ ਹੋਈ, ਕਿੱਦਾਂ ਵਿਚਾਰ ਹੋਈ ਹੈ, ਇਹ ਕੀ ਬਣਿਆ ਤੇ ਕੀ ਨਹੀਂ ਬਣਿਆ। ਕਹਿੰਦੇ ਕੀ ਹਿਸਾਬ ਕਿਤਾਬ ਹੋਇਆ, ਕੋਈ ਪਤਾ ਨਹੀਂ, ਮੇਰੇ ਪੁੱਤਰ ਨੂੰ ਕਿਹਨੇ ਮਾਰਤਾ, ਕਿਵੇਂ ਮਾਰਤਾ, ਕੀ ਹਿਸਾਬ ਕਿਤਾਬ ਬਣਿਆ, ਕੋਈ ਪਤਾ ਹੀ ਨਹੀਂ ਚੱਲ ਰਿਹਾ। ਉਸ ਵੇਲੇ ਦੇ ਦੋਨੇ ਪੁੱਤਰ ਮਰ ਗਏ ਤੇ ਲਲਾ ਬੇਗ ਨੇ ਵਿਚਾਰ ਕੀਤੀ, ਹੁਣ ਮੈਨੂੰ ਜਾਣਾ ਪੈਣਾ। ਕਹਿੰਦੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦਾ ਇੱਕ ਸਿੱਖ ਸੀ, ਲਖੂ ਨਾਮ ਦਾ ਸਿੱਖ, ਜੋ ਕਿ ਗੁਰੂ ਜੀ ਦੀ ਵਰਸ਼ੀ ਜਿਹਨੂੰ ਪ੍ਰਾਪਤ ਹੋਈ ਸੀ। ਉਹ ਲਖੂ ਨਾਮ ਦਾ ਸਿੱਖ ਗੁਰੂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ, ਉਹ ਵੀ ਜੰਗ ਦੇ ਮੈਦਾਨ ਵਿੱਚ ਆਇਆ। ਇਧਰੋਂ ਜਦੋਂ ਲਲਾ ਬੇਗ ਨੇ ਵਿਚਾਰ ਕੀਤੀ, ਇਹਦੀ ਕਾਫੀ ਫੌਜ ਮਾਰ ਗਈ ਤੇ ਥੋੜੀ ਫੌਜ ਰਹਿ ਗਈ ਇਹਦੇ ਕੋਲੇ। ਉਹਨੇ ਵਿਚਾਰ ਕੀਤੀ, ਹੁਣ ਮੈਨੂੰ ਜਾਣਾ ਪੈਣਾ। ਲਲਾ ਬੇਗ ਨੇ ਭਾਰੀ ਵਿਚਾਰ ਬਣਾਉਂਦਿਆਂ ਹੋਇਆਂ ਨੇ ਉਸ ਵੇਲੇ ਤਿਆਰੀ ਕੀਤੀ, ਕਮਰ ਕੱਸਾ ਕੀਤਾ, ਆਪ ਫੌਜ ਦੇ ਵਿੱਚ ਜੰਗ ਮੈਦਾਨ ਦੇ ਵਿੱਚ ਨਿਤਰਨਾ ਕੀਤਾ। ਇਧਰ ਸਤਿਗੁਰੂ ਜੀ ਨੂੰ ਪਤਾ ਲੱਗਿਆ ਕਿ ਲਲਾ ਬੇਗ ਆਪ ਜੰਗ ਮੈਦਾਨ ਦੇ ਵਿੱਚ ਆਉਣਾ ਚਾਹੁੰਦਾ ਹੈ।
ਤੇ ਸਤਿਗੁਰੂ ਜੀ ਨੇ ਵੀ ਕਮਰ ਕਸੇ ਕੀਤੇ ਨੇ। ਮੇਰੀ ਪੀਰੀ ਦੀਆਂ ਕਿਰਪਾਨਾਂ ਪਹਿਨਣਾ ਕੀਤੀਆਂ ਨੇ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਉਸ ਵੇਲੇ ਕਿਰਪਾ ਕੀਤੀ, ਕਮਰ ਕਸੇ ਕੀਤੇ, ਘੋੜੇ ਤੇ ਸਵਾਰ ਹੋਏ ਨੇ, ਜਿਹੜਾ ਕਿ ਦਿਲਬਾਗ ਗੁਲਬਾਗ ਇੱਕ ਘੋੜਾ ਉਹਨਾਂ ਦੇ ਵਿੱਚੋਂ, ਜਿਹਦਾ ਨਾਮ ਸਤਿਗੁਰ ਨੇ ਸੁਹੇਲਾ ਰੱਖਿਆ। ਉਹ ਘੋੜੇ ਦਾ ਨਾਮ ਸੁਹੇਲਾ ਰੱਖ ਦਿੱਤਾ ਸੀ। ਤੇ ਸਤਿਗੁਰੂ ਜੀ ਇਹ ਘੋੜਾ ਲੈ ਕੇ ਆਏ ਨੇ, ਅਸਵਾਰ ਹੋਏ ਨੇ। ਕਾਫੀ ਜਿਹੜੇ ਤੀਰ ਹੈ ਉਹ ਸਤਿਗੁਰੂ ਜੀ ਨੇ ਉਧਰੋਂ ਚਲਾਏ, ਸਤਿਗੁਰੂ ਦੇ ਸਿੱਖਾਂ ਨੇ ਇਹਨਾਂ ਦੀ ਫੌਜ ਤੇ ਚਲਾਏ, ਤੇ ਲਲਾ ਬੇਗ ਦੀ ਫੌਜ ਨੇ ਸਤਿਗੁਰੂ ਦੇ ਸਿੱਖਾਂ ਵੱਲ ਤੀਰ ਚਲਾਏ। ਕਾਫੀ ਸਤਿਗੁਰੂ ਦੇ ਸਿੱਖ ਸ਼ਹੀਦ ਹੋ ਗਏ ਨੇ। ਤੇ ਇਧਰੋਂ ਲਲਾ ਬੇਗ ਦੇ ਵੀ ਜਿਹੜੀ ਫੌਜ ਹੈ ਕਾਫੀ ਮਰ ਚੁੱਕੀ ਹੈ। ਹੁਣ ਕੁਝ ਕਰੇਗੀ। ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਹੁਣ ਤੇ ਬਸ ਫਤਿਹ ਪ੍ਰਾਪਤ ਹੋਣ ਤੇ ਥੋੜਾ ਸਮਾਂ ਬਾਕੀ ਹੈ। ਬਾਕੀ ਸਾਰੇ ਫਤਿਹ ਹੋਣ ਦਾ ਜੋ ਨਿਸ਼ਾਨਾ ਆਪਾਂ ਨੂੰ ਮਿਲ ਚੁੱਕਿਆ, ਬਸ ਡੰਕਾ ਵੱਜਣਾ ਬਾਕੀ ਹੈ। ਹੱਲਾ ਬੋਲ ਕੇ, ਧਾਵਾ ਬੋਲ ਕੇ ਪਾਪੀਆਂ ਨੂੰ ਨਰਕਾਂ ਵਿੱਚ ਪਹੁੰਚਾ ਦਿਓ, ਤੇ ਸਤਿਗੁਰੂ ਗੁਰੂ ਨਾਨਕ ਦੇ ਦਰ ਕਰ ਤੋਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰ ਲੈ ਜਾਓ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇਦਾਂ ਹੁਕਮ ਕੀਤਾ। ਸਿੱਖ ਬੜੇ ਜੋਸ਼ ਵਿੱਚ ਆਏ ਨੇ। ਉਧਰ ਉਹਨਾਂ ਨੇ ਕਿਰਪਾਨਾਂ ਧਾਰਨ ਕਰ ਲਈਆਂ, ਕਿਸੇ ਨੇ ਤੀਰ, ਕਿਸੇ ਨੇ ਵਰਸ਼ੇ ਲੈ ਲਏ, ਕਿਸੇ ਨੇ ਵਰਸ਼ੀਆਂ ਪ੍ਰਾਪਤ ਕਰ ਲਈਆਂ, ਕਿਸੇ ਨੇ ਰਾਈਫਲਾਂ ਪ੍ਰਾਪਤ ਕਰ ਲਈਆਂ, ਕੋਈ ਘੋੜੇ ਤੇ ਸਵਾਰ ਹੈ, ਕੋਈ ਪੈਦਲ ਹੈ। ਜਕਦਮ ਭਾਰੀ ਹੱਲਾ ਬੋਲ ਕੇ ਸਤਿਗੁਰ ਦੇ ਸਿੱਖ ਉਧਰੋਂ ਆਉਣਾ ਕੀਤੇ ਨੇ। ਤੇ ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਦਾਂ ਜਦੋਂ ਬਖਸ਼ਿਸ਼ ਕੀਤੀ, ਬੜਾ ਜੋਸ਼ ਭਰਨਾ ਕੀਤਾ ਉਹਨਾਂ ਅੰਦਰ, ਬੜਾ ਤੜਥਲ ਮਚਿਆ। ਉਧਰੋਂ ਲਲਾ ਬੇਗ ਦੀ ਫੌਜ ਵੀ ਆਉਣਾ ਕੀਤੀ ਹੈ। ਤੇ ਸਤਿਗੁਰੂ ਜੀ ਨੇ ਜਦੋਂ ਤੀਰ ਛੱਡੇ ਲਲਾ ਬੇਗ ਵੱਲ, ਭਿਆਨਕ ਯੁੱਧ ਹੋਇਆ। ਉਧਰੋਂ ਲਲਾ ਬੇਗ ਨੇ ਸਤਿਗੁਰੂ ਜੀ ਵੱਲ ਤੀਰ ਛੱਡੇ ਨੇ। ਇਹੋ ਜਿਹੇ ਤੀਰਾਂ ਦੀ ਵਰਖਾ ਹੋਈ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਜਿਹੜਾ ਘੋੜਾ ਸੀ ਸੁਹੇਲਾ, ਉਹ ਸ਼ਹੀਦ ਹੋ ਗਿਆ। ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰ ਆਏ। ਹੁਣ ਲਲਾ ਬੇਗ ਦਾ ਘੋੜਾ ਵੀ ਮਰ ਗਿਆ, ਉਹ ਵੀ ਥੱਲੇ ਉਤਰ ਆਇਆ। ਆਮੋ ਸਾਹਮਣੇ ਸਤਿਗੁਰੂ ਜੀ ਹੋਏ ਤੇ ਇਧਰੋਂ ਲਲਾ ਬੇਗ ਹੋਇਆ। ਆਪਸ ਦੇ ਵਿੱਚ ਟਕਰਾਅ ਵੱਧ ਗਿਆ। ਹੁਣ ਗੁਰੂ ਪਿਆਰੋ ਇੰਨੀ ਭਿਆਨਕ ਜੰਗ ਚੱਲੀ, ਇੰਨਾ ਯੁੱਧ ਚੱਲਣਾ ਕੀਤਾ, ਵੇਖਣ ਵਾਸਤੇ ਵੱਖਰਾ ਹੀ ਪ੍ਰਾਪਤ ਹੋ ਰਿਹਾ। ਤੇ ਲਲਾ ਬੇਗ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਨੂੰ ਜਾਣ ਨਹੀਂ ਸਕਿਆ। ਆਖਰਕਾਰ ਲਲਾ ਬੇਗ ਨੂੰ ਕਹਿੰਦੇ ਜੰਗ ਮੈਦਾਨ ਦੇ ਵਿੱਚ ਮਾਰ ਦਿੱਤਾ, ਨਰਕ ਦੇ ਵਿੱਚ ਪਹੁੰਚਾ ਦਿੱਤਾ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਇਦਾਂ ਪਾਪੀ ਨੂੰ ਮਾਰ ਦਿੱਤਾ, ਇਧਰੋਂ ਸਿੱਖਾਂ ਨੇ ਉਹ ਫੌਜ ਨੂੰ ਕਾਫੀ ਮਾਰ ਦਿੱਤਾ। ਤੇ ਜਦੋਂ ਫੌਜ ਕਾਫੀ ਮਰ ਗਈ, ਥੋੜੀ ਫੌਜ ਰਹਿ ਗਈ ਹੈ, ਉਹਨਾਂ ਨੂੰ ਪਤਾ ਲੱਗਿਆ ਕਿ ਲਲਾ ਬੇਗ ਮਰ ਚੁੱਕਿਆ। ਹੁਣ ਜਦੋਂ ਕਿਸੇ ਫੌਜ ਦਾ ਜਿਹੜਾ ਮੇਨ ਅਹੁਦੇਦਾਰ, ਮੇਨ ਸੂਬੇਦਾਰ ਮਰ ਜਾਏ, ਕਮਾਂਡਰ ਮਰ ਜਾਏ, ਸ਼ਹੀਦ ਹੋ ਜਾਏ, ਤੇ ਉਹ ਫੌਜ ਨੂੰ ਹਾਰਿਆ ਸਮਝੀਦਾ। ਤੇ ਇਸੇ ਤਰ੍ਹਾਂ ਇਹਨਾਂ ਨੇ ਕੀਤਾ ਕਿ ਉਹ ਕਹਿਣ ਲੱਗੇ ਅਸੀਂ ਹਾਰ ਚੁੱਕੇ ਹਾਂ, ਲਲਾ ਬੇਗ ਮਰ ਚੁੱਕਿਆ ਸਤਿਗੁਰ ਦੇ ਹੱਥੋਂ। ਉਹਨਾਂ ਨੇ ਹਥਿਆਰ ਸੁੱਟ ਦਿੱਤੇ। ਲਲਾ ਬੇਗ ਦੀ ਬਾਕੀ ਰਹਿੰਦੀ ਫੌਜ ਨੇ ਆਪਣਾ ਆਪ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਉਹਨਾਂ ਨੇ। ਤੇ ਕਾਫੀ ਫੌਜ ਮਾਰ ਦਿੱਤੀ, ਥੋੜੀ ਜਿਹੀ ਫੌਜ ਰਹਿ ਗਈ। ਜਦੋਂ ਉਹਨਾਂ ਨੇ ਆਪਣਾ ਆਪ ਅਰਪਣ ਕਰ ਦਿੱਤਾ ਸਤਿਗੁਰੂ ਜੀ ਨੂੰ, ਤੇ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਿਹਾ, ਸਿੱਖੋ ਹੁਣ ਇਹਨਾਂ ਫੌਜ ਨੇ ਸਾਡੇ ਨਾਲ ਲੜਨਾ ਨਹੀਂ, ਟਾਕਰਾ ਨਹੀਂ ਕਰਨਾ, ਹਾਰ ਚੁੱਕੇ ਨੇ। ਤੇ ਜਿਹੜੇ ਬਚ ਗਏ ਇਹਨਾਂ ਦੀ ਸਲਾਮਤੀ ਵਾਸਤੇ ਇਹਨਾਂ ਨੂੰ ਜਲ ਪਾਣੀ ਛਕਾਓ, ਇਹਨਾਂ ਦੀ ਰੱਖਿਆ ਕਰੋ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਦਾਂ ਕਿਰਪਾ ਕੀਤੀ, ਸਿੱਖਾਂ ਨੂੰ ਕਹਿ ਕੇ ਇਹ ਹੁਕਮ ਕੀਤਾ।
ਤੇ ਸਿੱਖਾਂ ਨੇ ਗੁਰੂ ਸਤਿਗੁਰੂ ਜੀ ਦਾ ਹੁਕਮ ਸਿਰ ਮੱਥੇ ਮੰਨ ਕੇ ਉਸ ਵੇਲੇ ਉਹ ਫੌਜ ਜਿਹੜੀ ਲਲਾ ਬੇਗ ਦੀ ਬਚੀ ਉਹਦੀ ਆਓ ਭਗਤ ਕੀਤੀ ਹੈ। ਤੇ ਹੁਣ ਗੁਰੂ ਪਿਆਰਿਓ, ਇਹ ਵਿਚਾਰ ਸੁਭਾਵਿਕ ਹੈ ਕਿ ਗੁਰੂ ਨਾਨਕ ਦਾ ਦਰ ਕਰੇ ਇਦਾਂ ਦਾ, ਜੇਕਰ ਕੋਈ ਜਿੱਦਾਂ ਦੀ ਭਾਵਨਾ ਧਾਰ ਕੇ ਆਉਂਦਾ ਨਾ, ਸਤਿਗੁਰੂ ਜੀ ਉਦਾਂ ਹੀ ਸਾਹਮਣੇ ਉਹ ਪੇਸ਼ ਹੁੰਦੇ ਨੇ। ਹੁਣ ਲਲਾ ਬੇਗ ਨੇ ਮਨ ਵਿੱਚ ਧਾਰਨ ਕੀਤਾ ਕਿ ਸਤਿਗੁਰੂ ਦੀ ਚੜ੍ਹਾਈ ਕਰਕੇ ਆਇਆ। ਸਤਿਗੁਰੂ ਜੀ ਹੁਣ ਉਦਾਂ ਉਹਨੂੰ ਮਿਲੇ ਨੇ, ਚੜ੍ਹਾਈ ਕਰਕੇ ਆਇਆ, ਫੌਜ ਲੈ ਕੇ ਆਇਆ, ਉਹਨੂੰ ਉਦਾਂ ਜਵਾਬ ਦਿੱਤਾ ਉਹਦੇ ਮੁਤਾਬਕ। ਜੇਕਰ ਕੋਈ ਭਾਵਨਾ ਸਹਿਤ ਆ ਜੇ ਤੇ ਸਤਿਗੁਰੂ ਜੀ ਉਹਦੇ ਮੁਤਾਬਕ ਉਹਨੂੰ ਉਦਾਂ ਪੇਸ਼ ਹੁੰਦੇ ਨੇ। ਇਹ ਤੇ ਸਤਿਗੁਰੂ ਗੁਰੂ ਨਾਨਕ ਦਾ ਦਰ ਕਰ ਇੱਕ ਸ਼ੀਸ਼ੇ ਦੀ ਤਰ੍ਹਾਂ, ਜਿਵੇਂ ਕਹਿੰਦੇ ਸ਼ੀਸ਼ਾ ਸਾਹਮਣੇ ਮੁੱਖ ਦੇਖਣ ਵਾਲਾ, ਜਿੱਦਾਂ ਦੀ ਸਾਡੀ ਸ਼ਕਲ ਹੈ, ਜਿੱਦਾਂ ਦਾ ਸਾਡਾ ਫੇਸ ਹੈ, ਅਸੀਂ ਸ਼ੀਸ਼ੇ ਵਿੱਚ ਵੇਖਾਂਗੇ ਉਦਾਂ ਦਾ ਪ੍ਰਤੀਤ ਹੁੰਦਾ ਸਾਡਾ ਮੁੱਖ, ਉਦਾਂ ਦਾ ਚਿਹਰਾ ਦਿਖਦਾ। ਤੇ ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਦਾ ਦਰ ਕਰ ਹੈ, ਜਿੱਦਾਂ ਦੀ ਭਾਵਨਾ ਲੈ ਕੇ ਆਵੇਂਗੇ ਉਦਾਂ ਦਾ ਸਾਹਮਣੇ ਉਹ ਸਤਿਗੁਰੂ ਜੀ ਪ੍ਰਤੀਤ ਹੋਣਗੇ, ਦਿਸਣਗੇ। ਤੇ ਹੁਣ ਸਤਿਗੁਰੂ ਜੀ ਦੇ ਸਿੱਖਾਂ ਨੇ ਕਹਿੰਦੇ ਲਲਾ ਬੇਗ ਨੂੰ ਮਾਰ ਦਿੱਤਾ, ਇਹਦਾ ਭਰਾ ਕੰਬਰ ਬੇਗ ਉਹਨੂੰ ਮਾਰ ਦਿੱਤਾ, ਭਾਣਜਾ ਸੀ ਇਹਦਾ ਕਾਬਲ ਬੇਗ ਉਹਨੂੰ ਮਾਰ ਦਿੱਤਾ। ਇਹਦੇ ਦੋ ਪੁੱਤਰ ਸਨ, ਕਾਸਮ ਬੇਗ, ਸ਼ਮਸ ਬੇਗ, ਉਹਨਾਂ ਨੂੰ ਮਾਰ ਦਿੱਤਾ। ਕਾਫੀ ਫੌਜ ਦਾ ਘਾਣ ਕਰ ਦਿੱਤਾ, ਜਿਹੜੇ ਕਿ ਤੁਰਕੀ ਘੋੜਿਆਂ ਦੇ ਸਵਾਰ ਹੋ ਕੇ ਆਏ ਸਨ, ਵੱਡੇ ਹਾਥੀਆਂ ਤੇ ਊਠਾਂ ਤੇ, ਕਈ ਪੈਦਲ ਤੁਰ ਕੇ ਆਏ ਸਨ। ਬਹੁਤ ਫੌਜ ਸੀ ਨਾ, 35,000 ਦੀ ਫੌਜ ਸੀ। ਉਹਦੇ ਵਿੱਚੋਂ ਕੁਝ ਕੁ ਬੱਚੇ ਬਾਕੀ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ। ਹੁਣ ਜਦੋਂ ਸਤਿਗੁਰੂ ਦੀ ਜਿੱਤ ਹੋਈ ਹੈ, ਸਤਿਗੁਰੂ ਨੇ ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਇੱਕ ਵੱਡਾ ਟੋਆ ਪੁੱਟੋ, ਉਸ ਟੋਏ ਦੇ ਵਿੱਚ ਇਹ ਮ੍ਰਿਤਕ ਸਰੀਰ ਹੈ ਨਾ ਜਿਹੜੇ ਦਫਨਾ ਦਿੱਤੇ ਜਾਣਗੇ। ਵੱਡਾ ਟੋਆ ਪੁੱਟਿਆ, ਬੜੇ ਸਤਿਕਾਰ ਦੇ ਨਾਲ ਮ੍ਰਿਤਕ ਹੋਏ ਸਰੀਰ ਜਿਹੜੇ ਜੰਗ ਯੁੱਧ ਦੇ ਵਿੱਚ ਹੈ ਉਹ ਦਫਨਾਉਣੇ ਸ਼ੁਰੂ ਕੀਤੇ ਨੇ। ਤੇ ਇਹ ਸਤਿਗੁਰੂ ਜੀ ਨੇ ਪਹਿਲਾਂ ਹੀ ਬਚਨ ਕਰ ਦਿੱਤੇ ਸੀ, ਜਦੋਂ ਲਾਹੌਰ ਤੋਂ ਇਹ ਫੌਜ ਤੁਰੀ ਸੀ, ਕਿ ਅਸੀਂ ਫੌਜ ਦਾ ਘਾਣ ਕਰਕੇ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਉੱਤੇ ਥੜਾ ਬਣਾ ਕੇ ਅਸੀਂ ਬੈਠਿਆ ਕਰਾਂਗੇ, ਦੀਵਾਨ ਲਾਇਆ ਕਰਾਂਗੇ ਦਫਨਾ ਕੇ। ਇਹ ਵਚਨ ਪਹਿਲਾਂ ਹੀ ਕਰ ਦਿੱਤੇ ਸਨ। ਹੁਣ ਵੱਡਾ ਥੜਾ ਪੱਟਿਆ ਬਣਾਇਆ ਗਿਆ, ਵੱਡਾ ਟੋਆ ਪੁੱਟਿਆ ਗਿਆ, ਬੜੇ ਸਤਿਕਾਰ ਦੇ ਨਾਲ ਕਹਿੰਦੇ ਉਹ ਮ੍ਰਿਤਕ ਸਰੀਰ ਚੁਣ ਚੁਣ ਕੇ ਰੱਖ ਦਿੱਤੇ ਗਏ ਨੇ ਟੋਏ ਵਿੱਚ ਦਫਨਾਉਣ ਨੂੰ। ਜਿੰਨਾ ਵੀ ਸਾਜੋ ਸਮਾਨ ਸੀ ਸਤਿਗੁਰੂ ਜੀ ਨੇ ਸਾਰਾ ਉਹਦੇ ਵਿੱਚ ਕਹਿੰਦੇ ਦਫਨਾਉਣ ਵਾਸਤੇ ਨਾਲ ਹੀ ਯੋਧਿਆਂ ਦਾ ਜਿਹੜਾ ਸਮਾਨ ਸੀ ਉਹ ਦਫਨਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਕਹਿੰਦੇ ਕੁਝ ਰੱਖਣਾ ਨਹੀਂ, ਲਾਲਚ ਨਹੀਂ ਕਰਨਾ ਭਾਈ ਸਿੱਖੋ, ਸਭ ਕੁਝ ਵਿੱਚ ਹੀ ਰੱਖ ਦਿਓ। ਜਿੰਨਾ ਵੀ ਸੋਨਾ, ਜਿੰਨਾ ਵੀ ਕੀਮਤੀ ਸਮਾਨ ਹੈ, ਵਧੀਆ ਸ਼ਾਸਤਰ ਵਸਤਰ ਨੇ, ਸਭ ਕੁਝ ਵਿੱਚ ਹੀ ਰੱਖ ਦਿਓ। ਤੇ ਗੁਰੂ ਸਤਿਗੁਰੂ ਜੀ ਨੇ ਹੁਕਮ ਕੀਤਾ, ਕਹਿੰਦੇ ਕਾਬਲ ਬੇਗ ਦੀ ਇੱਕ ਕਿਰਪਾਨ ਸੀ, ਬਹੁਤ ਸੋਹਣੀ, ਬਹੁਤ ਮਹਿੰਗੀ ਸੀ। ਉਹ ਦੇਖਣ ਵਾਲੇ ਦੇ ਮਨ ਨੂੰ ਮੋਹ ਲੈਂਦੀ ਸੀ। ਕਹਿੰਦੇ ਮਹਾਰਾਜ ਨਗਰ ਦੇ ਇੱਕ ਸਿੱਖ ਨੇ, ਉਹ ਕਹਿੰਦੇ ਕਾਬਲ ਬੇਗ ਦੀ ਕਿਰਪਾਨ ਰੱਖ ਲਈ। ਉਹ ਕਹਿੰਦਾ ਸੋਹਣੀ ਹੈ। ਸਤਿਗੁਰੂ ਜੀ ਨੂੰ ਪਤਾ ਲੱਗਿਆ। ਸਤਿਗੁਰੂ ਜੀ ਕਹਿੰਦੇ ਨਾ ਭਾਈ ਸਿੱਖੋ, ਇਹ ਰੱਖਣੀ ਨਹੀਂ, ਅਸੀਂ ਕੁਝ ਨਹੀਂ ਰੱਖਣਾ ਚਾਹੁੰਦੇ, ਇੱਕ ਪੈਸਾ ਤੱਕ ਨਹੀਂ ਰੱਖਣਾ ਚਾਹੁੰਦੇ, ਸਭ ਕੁਝ ਦਫਨਾ ਦਿਓ। ਨਾਲ ਹੀ ਦਫਨਾ ਦਿੱਤਾ ਗਿਆ। ਤੇ ਬਾਅਦ ਵਿੱਚ ਸਤਿਗੁਰੂ ਜੀ ਨੇ ਉਸੇ ਮ੍ਰਿਤਕ ਸਰੀਰਾਂ ਦੇ ਉੱਤੇ ਜਦੋਂ ਬਹੁਤੇ ਢੇਰ ਲੱਗ ਗਿਆ, ਸਾਰੇ ਰੱਖ ਦਿੱਤੇ ਗਏ। ਬਾਅਦ ਵਿੱਚ 5 ਸਰੀਰ ਜਿਹੜੇ ਮੇਨ ਅਹੁਦੇਦਾਰ ਸਨ, ਸਪੈਸ਼ਲ ਸਨ, ਲਲਾ ਬੇਗ, ਕਾਬਲ ਬੇਗ, ਕੰਬਰ ਬੇਗ, ਕਾਸਮ ਬੇਗ, ਸ਼ਮਸ ਬੇਗ, ਇਹ 5 ਸਰੀਰ ਮ੍ਰਿਤਕ ਸਰੀਰ ਹਨ ਜਿਹੜੇ, ਉਹ ਸਭ ਤੋਂ ਉੱਤੇ ਰੱਖੇ ਨੇ। ਬਾਕੀ ਥੱਲੇ ਦਫਨਾ ਦਿੱਤੇ ਗਏ, ਉੱਤੇ ਮੇਨ ਸਰੀਰ ਰੱਖੇ ਸਤਿਕਾਰ ਦੇ ਨਾਲ। ਮਿੱਟੀ ਪਾ ਕੇ ਉਹ ਟੋਏ ਨੂੰ ਪੂਰ ਦਿੱਤਾ ਗਿਆ। ਵੱਡੇ
ਟੋਏ ਨੂੰ ਪੁੱਟ ਕੇ ਮਿੱਟੀ ਪਾ ਕੇ ਦੱਬ ਦਿੱਤਾ, ਸਰੀਰ ਵਿੱਚ ਰੱਖ ਕੇ ਦਫਨਾ ਦਿੱਤੇ ਗਏ। ਉੱਤੇ ਸੁੰਦਰ ਇੱਕ ਵਧੀਆ ਥੜਾ ਬਣਾਇਆ ਗਿਆ। ਸਤਿਗੁਰੂ ਜੀ ਨੇ ਹੁਕਮ ਕੀਤਾ, ਕਹਿੰਦੇ ਥੜੇ ਦੇ ਉੱਤੇ ਹੁਣ ਅਸੀਂ ਦੀਵਾਨ ਸਜਾ ਕਰਕੇ ਬੈਠਿਆ ਕਰਾਂਗੇ, ਸਿੱਖਾਂ ਨੂੰ ਉਪਦੇਸ਼ ਦਿਆ ਕਰਾਂਗੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਿੱਖ ਸਤਿਗੁਰ ਦੇ ਸਨਮੁਖ ਆਉਣ ਲੱਗੇ। ਗੁਰੂ ਸਤਿਗੁਰ ਜੀ ਉੱਥੇ ਦੀਵਾਨ ਸਜਾ ਕਰਕੇ ਨਿਥਾਣੇ ਦੀ ਧਰਤੀ ਤੇ ਸੰਗਤਾਂ ਨੂੰ ਉਪਦੇਸ਼ ਦੇਣ ਲੱਗੇ ਨੇ। ਹੁਣ ਰੋਜ਼ਾਨਾ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਬੜੀਆਂ ਸੰਗਤਾਂ ਆਉਂਦੀਆਂ ਨੇ। ਦੀਵਾਨ ਕਥਾ ਕੀਰਤਨ ਦੇ ਵਿਚਾਰ ਸਰਵਣ ਕਰ ਰਹੇ ਨੇ, ਸਤਿਗੁਰੂ ਜੀ ਤੋਂ ਅਮੋਲਕ ਵਿਚਾਰ ਸਰਵਣ ਕਰ ਰਹੇ ਨੇ ਤੇ ਸਤਿਗੁਰੂ ਜੀ ਵੀ ਬਖਸ਼ਿਸ਼ਾਂ ਰਹਿਮਤਾਂ ਵਰਤਾਈ ਜਾਂਦੇ ਨੇ। ਉਸ ਵੇਲੇ ਕਹਿੰਦੇ ਹਸਨ ਖਾਨ ਦੇ ਉੱਤੇ ਗੁਰੂ ਸਤਿਗੁਰ ਨੇ ਕਿਰਪਾ ਕੀਤੀ, ਵਿਚਾਰ ਕੀਤੀ, ਭਾਈ ਹਸਨ ਖਾਨ ਹੁਣ ਤੂੰ ਕਹਿੰਦੇ ਜਿਹੜੀ ਆ ਫੌਜ ਬਚੀ ਹੈ ਇਹਨੂੰ ਲੈ ਕੇ ਲਾਹੌਰ ਵਿਖੇ ਚਲੇ ਜਾਓ, ਤੁਹਾਡੇ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਰਹਿਮਤ ਵਰਤੇਗੀ। ਉਹਨੇ ਯਕੀਨ ਵਿਸ਼ਵਾਸ ਭਰੋਸਾ ਰੱਖ ਕੇ ਸਤਿਗੁਰੂ ਜੀ ਤੇ ਲਾਹੌਰ ਵਿਖੇ ਜਾਣ ਦੀ ਵਿਚਾਰ ਬਣਾਈ ਹੈ। ਹੌਲੀ ਹੌਲੀ ਰਸਤੇ 'ਚ ਪੈਂਡਾ ਤਾਏ ਕਰਦਾ ਹੋਇਆ ਕਹਿੰਦੇ ਲਾਹੌਰ ਵਿਖੇ ਪਹੁੰਚਿਆ ਤੇ ਸ਼ਾਹਜਹਾਨ ਦੇ ਸਨਮੁਖ ਪਹੁੰਚਿਆ। ਉੱਥੋਂ ਹੀ ਪਤਾ ਲੱਗਿਆ ਕਿ ਹਸਨ ਖਾਨ ਰਹਿੰਦੀ ਫੌਜ ਦੇ ਨਾਲ ਪਰਤਿਆ ਵਾਪਸ। ਉਹਨਾਂ ਨੇ ਸਮਝਿਆ ਕੋਈ ਸੁੱਖ ਸੁਨੇਹਾ ਲੈ ਕੇ ਆਇਆ ਤੇ ਦੀਵਾਨ ਸਜਾਇਆ ਗਿਆ, ਜਿਹਦੇ ਵਿੱਚ ਸ਼ਾਹਜਹਾਨ ਪੇਸ਼ ਹੋਇਆ। ਸ਼ਾਹਜਹਾਨ ਮੇਨ ਗੱਦੀ ਤੇ ਵਿਰਾਜਮਾਨ ਹੋਇਆ ਤੇ ਸ਼ਾਹਜਹਾਨ ਨੇ ਪੁੱਛਿਆ, ਹਸਨ ਖਾਨ ਦੱਸ ਵੀ ਤੂੰ ਉੱਥੋਂ ਆਇਆ, ਉੱਥੋਂ ਦੀ ਖਬਰ ਦੱਸ, ਕੀ ਬਣਿਆ ਉੱਥੇ, ਕਿਵੇਂ ਕਿਵੇਂ ਹੋਇਆ, ਕਿਵੇਂ ਕਿਵੇਂ ਲੱਲਾ ਬੇਗ ਨੇ, ਉਹਦੇ ਭਾਣਜੇ ਨੇ, ਉਹਦੇ ਭਰਾ ਨੇ, ਉਹਦੇ ਦੋਨਾਂ ਪੁੱਤਰਾਂ ਨੇ ਸਤਿਗੁਰੂ ਜੀ ਨੂੰ ਮੌਤ ਦੇ ਘਾਟ ਉਤਾਰਿਆ, ਉਹਨਾਂ ਦਾ ਕਿੰਨਾ ਨੁਕਸਾਨ ਕੀਤਾ, ਗੁਰੂ ਸਤਿਗੁਰੂ ਜੀ ਨੂੰ ਬੰਦੀ ਬਣਾ ਕੇ ਲੈ ਕੇ ਆ ਰਹੇ ਆ ਜਾਂ ਕਿਵੇਂ ਆ। ਲੱਲਾ ਬੇਗ ਦੀ ਇਹ ਸਾਰੀ ਵਾਰਤਾ ਕਹਿੰਦੇ ਹਸਨ ਖਾਨ ਦੱਸਣ ਲੱਗਿਆ। ਕਹਿਣ ਲੱਗਾ ਜੀ ਜਿਵੇਂ ਤੁਸੀਂ ਸੋਚਦੇ ਹੋ ਉਵੇਂ ਨਹੀਂ ਹੈ। ਅਸਲ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਿਹੜੀ ਤੁਹਾਡੀ 35,000 ਦੀ ਫੌਜ ਸੀ ਨਾ, ਉਹਦੇ ਵਿੱਚੋਂ ਆਹ ਫੌਜ ਬਚੀ, ਬਾਕੀ ਸਾਰੀ ਮਾਰਤੀ। ਉਹ ਯਕਦਮ ਕੰਬ ਗਿਆ। ਸਤਿਗੁਰੂ ਜੀ ਨੇ ਤੇ ਚੁਣ ਚੁਣ ਕੇ ਵੈਰੀ ਮਾਰ ਦਿੱਤੇ ਨੇ, ਸਾਡੀ ਫੌਜ ਮਾਰ ਦਿੱਤੀ ਹੈ। ਵੱਡੇ ਵੱਡੇ ਯੋਧੇ ਨੇੜੇ ਤੱਕ ਨਹੀਂ ਲੱਗਣ ਦਿੱਤੇ ਉਹਨਾਂ ਨੇ, ਸਾਰਿਆਂ ਨੂੰ ਮਾਰ ਮੁਕਾਇਆ। ਕਿਸੇ ਪ੍ਰਕਾਰ ਕਿਸੇ ਦਾ ਵੀ ਕੋਈ ਵਿਚਾਰ ਨਹੀਂ ਉੱਥੇ ਰਹਿਣ ਦਿੱਤਾ। ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਾਰੇ ਜਦੋਂ ਦੱਸਦਾ ਨਾ ਹਸਨ ਖਾਨ, ਉਹਦੀ ਵਡਿਆਈ ਕਰਦਾ ਤੇ ਕੋਲੇ ਕਹਿੰਦੇ ਵਜ਼ੀਰ ਖਾਂ ਬੈਠਾ ਸੀ ਸ਼ਾਹਜਹਾਨ ਦੇ ਕੋਲੇ। ਉਹਨੇ ਦੱਸਿਆ, ਕਹਿਣ ਲੱਗਾ ਦੇਖੋ ਸਲਾਮੇ ਬਾਦਸ਼ਾਹ ਜੀ, ਮੈਂ ਤੇ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਕਿ ਸਤਿਗੁਰੂ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਵੈਰ ਵਿਰੋਧ ਕਰਨਾ ਠੀਕ ਨਹੀਂ। ਉਹਦੇ ਪੀਰਾਂ ਦੇ ਪੀਰ ਨੇ, ਵੱਡੇ ਫਕੀਰ ਨੇ, ਵੱਡੇ ਬਖਸ਼ਿਸ਼ ਰਹਿਮਤ ਦੇ ਮਾਲਕ ਨੇ, ਆਪਾਂ ਉਹਨਾਂ ਦੇ ਨਾਲ ਵੈਰ ਵਿਰੋਧ ਕਿਉਂ ਕਰੀਏ, ਇਹ ਕਰਨਾ ਠੀਕ ਨਹੀਂ ਸੀ। ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ। ਉਸ ਵੇਲੇ ਸ਼ਾਹਜਹਾਨ ਨੇ ਦਿਮਾਗ ਨਾਲ ਵਿਚਾਰ ਕੀਤੀ, ਕਹਿਣ ਲੱਗਾ ਵਾਕਈ ਇਹ ਗੱਲ ਠੀਕ ਹੈ। ਜੇ ਸਤਿਗੁਰੂ ਜੀ ਨੇ ਮੇਰੇ ਆਵਾਜ਼ ਨੂੰ ਪਕੜ ਲਿਆ ਸੀ, ਕੀ ਸੀ ਉਹ? ਇੱਕ ਪੰਛੀ ਸੀ, ਇੱਕ ਬਾਜ ਸੀ, ਜਿਹਦੇ ਪਿੱਛੇ ਮੈਂ 7,000 ਦੀ ਫੌਜ ਭੇਜੀ ਸਤਿਗੁਰੂ ਜੀ ਨਾਲ ਲੜਨ ਦੀ ਪਹਿਲੀ ਜੰਗ ਵਿੱਚ, ਤੇ ਸਤਿਗੁਰੂ ਜੀ ਨੇ 7 ਦੀ 7,000 ਫੌਜ ਮੌਤ ਦੇ ਘਾਟ ਉਤਾਰ ਦਿੱਤੀ। ਦੂਜੀ ਜੰਗ ਹੋਣਾ ਕੀਤੀ ਕਹਿੰਦੇ ਬਿਆਸਾ ਨਦੀ ਦੇ ਕਿਨਾਰੇ ਹਰਗੋਬਿੰਦਪੁਰੇ, ਜਿਹੜੀ ਜਲੰਧਰ ਦੇ ਸੂਬੇਦਾਰ ਉਹਨੇ ਜੰਗ ਯੁੱਧ ਕਰਨਾ ਕੀਤਾ ਸਤਿਗੁਰੂ ਨਾਲ, 16,000 ਦੀ ਫੌਜ ਲੈ ਕੇ ਗਏ, ਉਹ ਮੌਤ ਦੇ ਘਾਟ ਉਤਾਰ ਦਿੱਤੀ। ਹੁਣ 16,000 ਦਾ ਦੁੱਗਣਾ ਹਿੱਸਾ ਲੈ ਕੇ ਗਏ, 35,000 ਫੌਜ ਲੈ ਕੇ ਗਏ। ਉਹ 2 ਘੋੜੇ ਜਿਹੜੇ ਦਿਲਬਾਗ ਤੇ ਗੁਲਬਾਗ, ਜਿਨ੍ਹਾਂ ਵਿੱਚੋਂ ਇੱਕ ਜੰਗ ਮੈਦਾਨ ਵਿੱਚ ਮਰ ਚੁੱਕੇ ਆ,
ਜੇ ਮੇਰੇ ਕੋਲੇ ਘੋੜਾ ਹੁੰਦਾ, ਮੇਰੇ ਕੋਲੇ ਕਿਹੜਾ ਨਾ ਮਰਦਾ, ਸਮਾਂ ਪੈ ਕੇ ਬਿਮਾਰ ਠਮਾਰ ਹੋ ਕੇ ਮਰ ਜਾਂਦਾ। ਉਹਨੇ ਕਿਹੜਾ ਜੀਵਤ ਰਹਿਣਾ ਸੀ। ਕੀ ਦੋ ਘੋੜੇ ਸੀ, ਮੈਂ ਸਤਿਗੁਰੂ ਜੀ ਦੇ ਨਾਲ ਐਵੇਂ ਹੀ ਬੈਰ ਵਿਰੋਧ ਕੀਤਾ। ਹੁਣ ਦਿਮਾਗ ਟਿਕਾਣੇ ਆਇਆ, ਮੇਰੇ ਕੋਲੇ ਰਹਿੰਦੇ ਘੋੜੇ ਕਿਹੜਾ ਨਹੀਂ ਮਰਨੇ ਸੀ, ਉਹ ਕਿਹੜਾ ਸਦੀਵ ਕਾਲ ਲਈ ਜੀਵਤ ਰਹਿਣੇ ਸੀ, ਮਰ ਜਾਣੇ ਸੀ ਸਮਾਂ ਪਾ ਕੇ। ਉਸ ਵੇਲੇ ਛਾ ਜਾਣੇ ਤਾਂ ਵਿਚਾਰ ਕੀਤੀ, ਕਹਿੰਦੇ ਵਾਕਈ ਮੈਂ ਬਹੁਤ ਵੱਡਾ ਆਪਣਾ ਘਾਟਾ ਪ੍ਰਾਪਤ ਕੀਤਾ, ਇੰਨੀ ਫੌਜ ਮਰਵਾ ਲਈ ਹੈ, ਇੰਨਾ ਨੁਕਸਾਨ ਕੀਤਾ, ਜਾਨੀ ਮਾਲੀ ਨੁਕਸਾਨ ਹੋ ਗਿਆ, ਇਹ ਮੇਰੇ ਵਾਸਤੇ ਬਹੁਤ ਮਾੜੀ ਵਿਚਾਰ ਹੈ। ਤੇ ਕਹਿੰਦੇ ਹੁਣ ਲਲਾ ਬੇਗ ਮਰ ਚੁੱਕਿਆ ਏ, ਇਹ ਕਾਬਲ ਦਾ ਸੂਬੇਦਾਰ ਸੀ, ਮੇਨ ਅਹੁਦੇਦਾਰ ਸੀ, ਬਹੁਤ ਵੱਡਾ ਸਿਆਣਾ ਸੀ, ਹੁਣ ਕੀ ਕੀਤਾ ਜਾਵੇ। ਹੁਣ ਤੇ ਕਹਿੰਦੇ ਕਾਬਲ ਦਾ ਕੋਈ ਨਾ ਕੋਈ ਸੂਬੇਦਾਰ ਸਥਾਪਿਤ ਕੀਤਾ ਜਾਵੇਗਾ, ਕਿਹਨੂੰ ਕਰੀਏ। ਉਸ ਵਕਤ ਕਹਿੰਦੇ ਉੱਥੇ ਇੱਕ ਸਭਾ ਦੇ ਵਿੱਚ ਸਲਾਬਤ ਖਾਨ ਨਾਮ ਦਾ ਇੱਕ ਵਜ਼ੀਰ ਸੀ। ਉਹਨੇ ਕਿਹਾ ਜੀ ਹੁਣ ਕਿਹਨੂੰ ਥਾਪਿਤ ਕਰੋਗੇ, ਉਹ ਅਹੁਦਾ, ਉਹ ਜ਼ਿੰਮੇਵਾਰੀ ਕਿਹਨੂੰ ਸੌਂਪੋਗੇ। ਤੇ ਸ਼ਾਹਜਹਾਨ ਦੀ ਨਿਗਾਹ ਕਹਿੰਦੇ ਹਸਨ ਖਾਂ ਤੇ ਗਈ। ਕਹਿੰਦੇ ਫਿਰ ਇਹਨੂੰ ਸੌਂਪ ਦਿੰਦੇ ਆ। ਖਬਰ ਲੈ ਕੇ ਆਇਆ, ਇਹਨੇ ਸਾਨੂੰ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੋ ਜਾਣੂ ਕਰਵਾਉਣਾ ਕੀਤਾ, ਹੁਣ ਇਹਨੂੰ ਅਸੀਂ ਉਹ ਸਭ ਕੁਝ ਸੌਂਪ ਦਿੰਨੇ ਆ। ਬਾਅਦ ਵਿੱਚ ਕਹਿੰਦੇ ਹਸਨ ਖਾਂ ਨੂੰ ਉਹ ਕਾਬਲ ਦਾ ਸੂਬੇਦਾਰ ਸੌਂਪ ਦਿੱਤਾ, ਅਹੁਦੇਦਾਰ ਸੌਂਪ ਦਿੱਤਾ ਗਿਆ। ਸਤਿਗੁਰ ਦੀ ਕਿਰਪਾ ਹੋਈ। ਇਦਾਂ ਗੁਰੂ ਨਾਨਕ ਦੀ ਕਿਰਪਾ ਨੇ ਮਤਵਰਤਨਾ ਕੀਤੀ ਹੈ। ਉਹ ਨਿਥਾਣੇ ਦੀ ਜੰਗ ਤੀਜੀ ਜਿਹੜੀ ਉਹਦੀ ਸਮਾਪਤੀ ਹੋਈ। ਹੁਣ ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਣ ਲੱਗੇ ਨੇ ਥਾਣੇ ਨਗਰ ਤੇ। ਉਹ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਲੱਗੇ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਜੀ